ਜੇ ਕਿਸੇ ਵੀ ਕੋਰਸ ਨੂੰ ਚੂਜ਼ ਕਰਦੇ ਨਾ ਸਭ ਤੋਂ ਪਹਿਲਾਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੱਕ ਅਪਰੋਚ ਕਰਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਪਹਿਲਾ ਸਵਾਲ ਇਹ ਖੜਾ ਹੁੰਦਾ ਹੈ ਵੀ ਜਿਸ ਯੂਨੀਵਰਸਿਟੀ ਜਾਂ ਜਿਸ ਕਾਲਜ ਤੱਕ ਅਸੀਂ ਅਪਰੋਚ ਕਰ ਰਹੇ ਹਾਂ ਜਿੱਥੇ ਅਸੀਂ ਐਡਮਿਸ਼ਨ ਲੈਣ ਜਾ ਰਹੇ ਹਾਂ ਕੀ ਉਹ ਐਕ੍ਰੀਡੇਟ ਹੈ ਜਾਂ ਨਹੀਂ। ਤਾਂ ਚੰਡੀਗੜ੍ਹ ਯੂਨੀਵਰਸਿਟੀ ਬਾਰੇ ਐਕ੍ਰੀਡੇਸ਼ਨ ਹੈ ਜਾਂ ਨਹੀਂ। ਡਿਸਟੈਂਸ ਐਜੂਕੇਸ਼ਨ ਕੀ ਹੁੰਦੀ ਹੈ? ਡਿਸਟੈਂਸ ਐਜੂਕੇਸ਼ਨ ਸਾਡੀ ਇੱਕ ਤਰ੍ਹਾਂ ਦੀ ਸੈਲਫ ਲਰਨਿੰਗ ਨੂੰ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਸਟੂਡੈਂਟ ਨੂੰ ਯੂਨੀਵਰਸਿਟੀ PCP ਸੈਸ਼ਨਸ ਦੇ ਲਈ ਵਿਜ਼ਿਟ ਕਰਨਾ ਪੈਂਦਾ ਹੈ। 9 ਕੋਰਸਿਸ ਆਪਾਂ ਕਰਾਉਂਦੇ ਆ, ਉਹਦੇ ਵਿੱਚ ਜਿਹੜੇ ਆਉਂਦੇ ਨੇ 3 ਸਾਡੇ ਰਹਿੰਦੇ ਨੇ ਅੰਡਰ ਗ੍ਰੈਜੂਏਟ ਕੋਰਸਿਸ, ਉਹਦੇ ਵਿੱਚ BCA ਹੈ, BBA ਹੈ ਤੇ BA ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਦਾ ਕੋਰਸ ਰਹਿੰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਬੱਚਿਆਂ ਨੂੰ ਹਰ ਮੁਹਾਰਤ ਹਾਸਲ ਕਰਨ ਦੇ ਲਈ ਜਿੱਥੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਅਕੈਡਮਿਕ ਸੈਸ਼ਨ ਦੇ ਬਾਰੇ ਵੀ ਜੋ ਹੈ ਹਰ ਇੱਕ ਫੈਸਿਲਿਟੀਜ਼ ਦਿੱਤੀ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਸਟੂਡੈਂਟ ਅਤੇ ਟੀਚਰ ਦੇ ਵਿਚਕਾਰ ਜੋ ਹੈ ਕਨੈਕਟ ਰੱਖਣਾ ਹੈ, ਕਿਸ ਤਰ੍ਹਾਂ ਸੰਪਰਕ ਰੱਖਣਾ ਹੈ। बुक्स कैसे दी जाती हैं? ऑनलाइन तरीके से दी जाती हैं। बुक्स जो होती हैं वो है SLM, सेल्फ लर्निंग मटेरियल। सेल्फ का मतलब वो खुद से ही पढ़ रहा है स्टूडेंट, क्योंकि वो ऑनलाइन लर्निंग में है। जैसे फर्स्ट सेमेस्टर का स्टूडेंट है, उसमें 5 सब्जेक्ट हैं, तो 5 सब्जेक्ट की बुक्स उसको LMS पे दी जाएंगी। ਆਨਲਾਈਨ ਲਰਨਿੰਗ ਦੇ ਵਿੱਚ ਵੀ ਐਗਜ਼ਾਮ ਹੁੰਦੇ ਨੇ ਕਿਉਂਕਿ ਬਹੁਤ ਸਾਰੇ ਯੂਥ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਵਿੱਚ ਐਗਜ਼ਾਮ ਹੁੰਦੇ ਨੇ ਜਾਂ ਨਹੀਂ। ਭਾਵੇਂ ਪਲੇਟਫਾਰਮ ਤੁਹਾਡਾ ਆਨਲਾਈਨ ਹੈਗਾ ਜਾਂ ਆਫਲਾਈਨ ਨਹੀਂ ਹੈਗਾ, ਬਟ ਸਟਿਲ ਤੁਹਾਨੂੰ ਇਵੈਲੂਏਸ਼ਨ ਦੀ ਤੇ ਲੋੜ ਪਏਗੀ ਕਿ ਬੱਚੇ ਦੀ ਪਰਫਾਰਮੈਂਸ ਕਿਵੇਂ ਹੈ। ਇਸ ਲਈ ਐਗਜ਼ਾਮਸ ਵੀ ਹੋਣਗੇ, ਅਸਾइनमेंट्स भी होंगी, दोनों चीज़ों की इवैल्यूएशन प्रॉपर होएगी। जैसे आपने बोला कि ये ऑनलाइन लेक्चर्स होते हैं, लेकिन किसी अगर विद्यार्थी को कुछ समझ नहीं आ रहा, फॉर एग्जांपल प्रोफेसर ने कोई बात बोली वो नहीं समझ आई, बुक्स में जो बात लिखी वो नहीं समझ आई, तो अगर वो लाइव सेशन देख रहा है तो वो उसी टाइम पर क्वेरी अपनी रेज कर सकता है, डाउट पूछ सकता है और उसको लाइव सेशन में ही आंसर मिल जाएगा। अगर वो रिकॉर्डेड देख रहा है तो LMS में ही एक ईमेल भी प्रोवाइड किया गया है, उनको एक नंबर भी दिया गया है जिससे कि वो उस पर्टिकुलर टीचर से कनेक्ट कर सकता है और उनको एक वहाँ पर वो क्वेरी भी डाउट लिख सकते हैं और टीचर उनको वहीं पर रिप्लाई कर देगा। कि ऑनलाइन लर्निंग ਦੇ ਵਿੱਚ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ? ਸਮੈਸਟਰ ਵਾਈਜ਼ ਐਗਜ਼ਾਮ ਹੁੰਦੇ ਨੇ ਜਾਂ ਇੱਕ ਵਾਰ ਹੀ ਐਗਜ਼ਾਮ ਹੁੰਦਾ? ਬੇਸਿਕਲੀ ਕੀ ਹੈਗਾ ਹੈ ਕਿ ਮੋਡਿਊਲ ਸਿਸਟਮ ਹੁੰਦਾ ਹੈਗਾ ਆ। ਜਦੋਂ ਤੁਸੀਂ ਇੱਕ ਮੋਡਿਊਲ ਕੰਪਲੀਟ ਕਰਦੇ ਹੋ ਤੁਹਾਨੂੰ ਕਾਈਂਡ ਆਫ ਇੱਕ ਮੌਕ ਟੈਸਟ ਦਿੱਤਾ ਜਾਂਦਾ ਜਿਹੜਾ ਤੁਹਾਨੂੰ ਕਰਨਾ ਕੰਪਲਸਰੀ ਹੋ ਜਾਂਦਾ ਹੈ। ਫਿਰ ਹੁੰਦੀਆਂ ਨੇ 2 ਅਸਾਈਨਮੈਂਟਸ ਜਿਹੜੀਆਂ ਕਰਨੀਆਂ ਬਹੁਤ ਹੀ ਕੰਪਲਸਰੀ ਹੁੰਦੀਆਂ ਨੇ। ਟੀਚਰਸ ਦੇ ਲਈ ਕੋਈ ਟਾਈਮ ਬਾਉਂਡੇਸ਼ਨ ਵੀ ਰੱਖੀ ਗਈ ਹੈ ਵੀ ਜੇ ਕੋਈ ਮੇਲ ਆਉਂਦੀ ਹੈ ਜਾਂ ਕੋਈ ਕਾਲ ਆਉਂਦੀ ਹੈ ਤਾਂ ਇੰਨੇ ਟਾਈਮ ਦੇ ਵਿੱਚ ਟੀਚਰ ਨੇ ਉਸ ਨੂੰ ਰਿਪलाई करना ही करना है? हाँ जी, तो 24 आवर्स 24 घंटे के अंदर अंदर टीचर उसे रिप्लाई कर ही देता है। उसके अलावा E-लाइब्रेरी करके एक हम फैसिलिटी दे रहे हैं स्टूडेंट्स को। E-लाइब्रेरी में सबको एक्सेस ओपन है। ਜਿਹੜੇ ਸੌਫਟਵੇਅਰ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਸੌਫਟਵੇਅਰ ਸਾਨੂੰ ਬਾਏ ਕਰਨਾ ਪਏਗਾ ਜਾਂ ਇਹਦੀ ਵੀ ਕੋਈ ਰਜਿਸਟ੍ਰੇਸ਼ਨ ਫੀਸ ਹੈ ਜਾਂ ਫਿਰ ਯੂਨੀਵਰਸਿਟੀ ਦੇ ਵੱਲੋਂ ਸਾਨੂੰ ਫ੍ਰੀ ਆਫ ਕੋਸਟ प्रोवाइड ਕੀਤੀ? बस सिर्फ एडमिशन फीस देनी है उसको, बाकी ये सब कुछ उसको फ्री मिलता है। ਤਰ੍ਹਾਂ ਆਫਲਾਈਨ ਐਗਜ਼ਾਮ ਹੁੰਦੇ ਨੇ ਕਿ ਬੱਚੇ ਨੂੰ ਪ੍ਰੋਪਰ ਸ਼ੀਟਸ ਦਿੱਤੀਆਂ ਜਾਂਦੀਆਂ, ਬੱਚੇ ਉਸ ਦੇ ਵਿੱਚ ਚਾਹੇ ਉਹ MCQ ਹੋਵੇ ਚਾਹੇ ਉਹ ਦੂਜੇ ਕੁਐਸਚਨਸ ਦੇ ਆਨਸਰ ਹੋਣ, ਉਸ ਤੋਂ ਬਾਅਦ ਇੱਕ ਟੀਚਰ ਹੁੰਦਾ ਉਸ ਨੂੰ ਚੈੱਕ ਕਰਦਾ, ਨੰਬਰਾਂ ਦੇ ਹਿਸਾਬ ਨਾਲ ਉਸ ਬੱਚੇ ਨੂੰ ਨੰਬਰ ਦਿੱਤੇ ਜਾਂਦੇ ਨੇ। ਪਰ ਆਨਲਾਈਨ ਲਰਨਿੰਗ ਦੇ ਵਿੱਚ ਇਹ ਪ੍ਰੋਸੈਸ ਕਿਸ ਤਰ੍ਹਾਂ ਰਹਿੰਦਾ? ਅਸੀਂ ਗੱਲ ਕਰ ਰਹੇ ਹਾਂ ਆਨਲਾਈਨ ਪਲੇਟਫਾਰਮ ਦੀ, ਤੇ ਜਿੰਨੇ ਵੀ ਕੁਐਸਚਨਸ ਨੇ ਜਿੰਨੇ ਵੀ ਪੇਪਰ ਨੇ ਉਹ ਸਾਰੇ ਆਨਲਾਈਨ ਹੋਣਗੇ। ਤੁਹਾਨੂੰ ਕੋਈ ਯੂਨੀਵਰਸਿਟੀ ਵਿਜ਼ਿਟ ਕਰਨ ਦੀ ਲੋੜ ਨਹੀਂ ਹੋਏਗੀ। ਇਹ ਸਾਰਾ ਤੁਹਾਡੇ ਪੋਰਟਲ ਤੇ ਕੁਐਸਚਨ ਪੇਪਰ ਆਏਗਾ, ਤੁਸੀਂ ਉੱਥੇ ਹੀ ਅਟੈਂਪਟ ਕਰਕੇ ਉੱਥੇ ਹੀ ਸਬਮਿਟ ਕਰੋਗੇ। ਜਿਹੜੇ ਐਗਜ਼ਾਮੀਨੇਸ਼ਨ ਨੇ ਉਹ ਪ੍ਰੋਪਰ ਵੇ ਦੇ ਵਿੱਚ ਹੁੰਦੇ ਨੇ ਕਿ ਤੁਹਾਡਾ ਕੈਮਰਾ ਔਨ ਹੋਏਗਾ, ਤੁਹਾਡਾ ਮਾਈਕ ਔਨ ਹੋਏਗਾ, ਪ੍ਰੋਪਰ ਤੁਹਾਡਾ এনवायरमेंट ਚੈੱਕ ਹੋਏਗਾ। ਉਸ ਦੇ ਬੇਸਿਸ ਤੇ ਹੀ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਬੱਚਾ ਚੀਟ ਕਰ ਰਿਹਾ ਹੈ, ਉਹਨੂੰ ਜਿਹੜਾ ਤੁਹਾਡਾ ਪ੍ਰੋਕਟਰ ਹੈਗਾ ਆ, ਤੁਹਾਡਾ ਇਨਵਿਜੀਲੇਟਰ ਹੈਗਾ ਆ, ਉਹ ਕੀ ਕਰੇਗਾ, ਉਹ ਤੁਹਾਨੂੰ ਮੈਸੇਜ ਕਰੇਗਾ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਡਿਜੀਟਲ ਜ਼ਮਾਨਾ ਤੇ ਡਿਜੀਟਲ ਜ਼ਮਾਨੇ ਦੇ ਵਿੱਚ ਯੂਥ ਜਿਹੜਾ ਹੈ ਆਪਣੀ ਲਾਈਫ ਸੈੱਟ ਕਰਨ ਦੇ ਲਈ ਆਨਲਾਈਨ ਕੋਰਸਿਸ ਨੂੰ, ਆਨਲਾਈਨ ਕਲਾਸਿਸ ਨੂੰ ਤਰਜੀਹ ਦਿੰਦਾ ਹੈ। ਅੱਜ ਕੱਲ ਡਿਜੀਟਲ ਦਾ ਜ਼ਮਾਨਾ ਹੈ ਤਾਂ ਜ਼ਿਆਦਾਤਰ ਜਿਹੜੇ ਸਾਡੇ ਸਟੂਡੈਂਟਸ ਨੇ ਮੈਮ ਆਨਲਾਈਨ ਚੀਜ਼ਾਂ ਨੂੰ ਹੀ ਤਰਜੀਹ ਦਿੰਦੇ। ਆਨਲਾਈਨ ਲਰਨਿੰਗ ਹੁੰਦਾ ਕੀ ਹੈ?
ਜਿਸ ਤਰ੍ਹਾਂ ਕਿ ਤੁਸੀਂ ਕਿਹਾ ਆਨਲਾਈਨ ਲਰਨਿੰਗ ਦੇ ਨਾਮ ਨਾਲ ਹੀ ਸਾਨੂੰ ਪਤਾ ਚੱਲਦਾ ਹੈ ਕਿ ਇਹੋ ਜਿਹੀ ਚੀਜ਼ ਹੈ ਜਿਹੜੇ ਅੱਜ ਕੱਲ੍ਹ ਦੇ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਸਾਨੂੰ ਮਿਲੀ ਹੈ। ਆਨਲਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਉਹ ਐਡਮਿਸ਼ਨ ਪ੍ਰੋਸੈਸ ਤੋਂ ਲੈ ਕੇ ਡਿਗਰੀ ਲੈਣ ਤੱਕ ਸਾਰੀ ਆਨਲਾਈਨ ਕਰਦੇ ਹੋ। ਤੁਹਾਨੂੰ ਕਦੀ ਵੀ ਯੂਨੀਵਰਸਿਟੀ ਫਿਜ਼ੀਕਲੀ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਚਾਹੇ ਤੁਹਾਡੀਆਂ ਕਲਾਸਿਸ ਹੋਣ, ਚਾਹੇ ਤੁਹਾਡੇ ਐਗਜ਼ਾਮ ਪੈਟਰਨ ਹੋਵੇ। ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਲਰਨਿੰਗ ਜਾਂ ਆਨਲਾਈਨ ਐਜੂਕੇਸ਼ਨ ਆਪਾਂ ਕਹੀਏ ਤਾਂ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਆ। ਡਿਸਟੈਂਸ ਐਜੂਕੇਸ਼ਨ ਕੀ ਹੁੰਦੀ ਹੈ? ਡਿਸਟੈਂਸ ਐਜੂਕੇਸ਼ਨ ਸਾਡੀ ਇੱਕ ਤਰ੍ਹਾਂ ਦੀ ਸੈਲਫ ਲਰਨਿੰਗ ਨੂੰ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਸਟੂਡੈਂਟ ਨੂੰ ਯੂਨੀਵਰਸਿਟੀ ਪੀਸੀਪੀ ਸੈਸ਼ਨਸ ਦੇ ਲਈ ਵਿਜ਼ਿਟ ਕਰਨਾ ਪੈਂਦਾ ਹੈ ਫਿਜ਼ੀਕਲੀ। ਉਹਨਾਂ ਨੂੰ ਆਪਣੀ ਡਿਗਰੀ ਦੇ ਲਈ, ਐਗਜ਼ਾਮੀਨੇਸ਼ਨਸ ਦੇ ਲਈ, ਬਹੁਤ ਸਾਰੀਆਂ ਚੀਜ਼ਾਂ ਲਈ ਆਪਣੀ ਯੂਨੀਵਰਸਿਟੀ ਨੂੰ ਫਿਜ਼ੀਕਲੀ ਉੱਥੇ ਜਾਣਾ ਪੈਂਦਾ ਹੈ। ਲੇਕਿਨ ਆਨਲਾਈਨ ਲਰਨਿੰਗ ਦੀ ਜਿਹੜੀ ਡਿਫਰੈਂਸ, ਸਭ ਤੋਂ ਵੱਡਾ ਡਿਸਟੈਂਸ ਨਾਲ ਕੀ ਆ ਕਿ ਉਹਦੀ ਜਿਹੜੀ ਡਿਗਰੀ ਆ ਉਹ ਆਪਣੇ ਰੈਗੂਲਰ ਦੇ ਇਕੁਇਵਲੈਂਟ ਹੁੰਦੀ ਹੈ, ਪਰ ਡਿਸਟੈਂਸ ਦੀ ਡਿਗਰੀ ਰੈਗੂਲਰ ਦੇ ਇਕੁਇਵਲੈਂਟ ਨਹੀਂ ਹੁੰਦੀ। ਇਹ ਸਭ ਤੋਂ ਵੱਡਾ ਡਿਫਰੈਂਸ ਹੈ। ਤੇ ਉਹਦੇ ਵਿੱਚ ਤੁਹਾਡੀ ਸਾਰੀ ਹੀ ਸਟੱਡੀ ਜੋ ਹੈ ਉਹ ਆਨਲਾਈਨ ਰਹਿੰਦੀ ਹੈ। ਉਹਦੇ ਲਈ ਤੁਹਾਨੂੰ ਯੂਨੀਵਰਸਿਟੀ ਵਿਜ਼ਿਟ ਨਹੀਂ ਕਰਨਾ ਪੈਂਦਾ। ਬਿਲਕੁਲ, ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਬਹੁਤ ਸਾਰੇ ਕੋਰਸਿਸ ਕਰਾਏ ਜਾਂਦੇ ਨੇ, ਤੇ ਜੇ ਆਪਾਂ ਆਨਲਾਈਨ ਲਰਨਿੰਗ ਦੀ ਹੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਕੋਰਸ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਕਰਵਾਏ ਜਾਂਦੇ ਨੇ ਆਨਲਾਈਨ? ਆਨਲਾਈਨ ਦੇ ਵਿੱਚ ਸਾਡੇ ਕੋਲ ਜਿਹੜੇ ਟੋਟਲ ਆਪਾਂ ਮੰਨੀਏ ਤਾਂ 9 ਕੋਰਸਿਸ ਆਪਾਂ ਕਰਾਉਂਦੇ ਹਾਂ। ਉਹਦੇ ਵਿੱਚ ਜਿਹੜੇ ਆਉਂਦੇ ਨੇ 3 ਸਾਡੇ ਰਹਿੰਦੇ ਨੇ ਅੰਡਰ ਗ੍ਰੈਜੂਏਟ ਕੋਰਸਿਸ। ਉਹਦੇ ਵਿੱਚ BCA ਹੈ, BBA ਹੈ ਤੇ BA ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਦਾ ਕੋਰਸ ਰਹਿੰਦਾ ਹੈ। ਤੇ ਜਿਹੜੇ ਉਸ ਤੋਂ ਬਾਅਦ ਸਾਡੇ ਪੋਸਟ ਗ੍ਰੈਜੂਏਸ਼ਨ ਦੇ ਕੋਰਸਿਸ ਆਉਂਦੇ ਨੇ, ਉਹਦੇ ਵਿੱਚ MBA, MCA ਹੋ ਜਾਂਦੀ ਹੈ, MCOM ਹੈ, MA ਲਿਬਰਲ ਆਰਟਸ ਹੈ, ਫਿਰ ਸਾਡੀ MA ਆਰਟਸ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਹੈ। ਇਹ ਸਾਰੇ ਜਿਹੜੇ ਕੋਰਸਿਸ ਹੈ ਆਪਾਂ ਆਨਲਾਈਨ ਦੇ ਵਿੱਚ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਕਿ ਮੈਮ ਇੱਕ ਸਵਾਲ ਬੜਾ ਵੱਡਾ ਖੜਾ ਹੋ ਜਾਂਦਾ, ਕਿਉਂਕਿ ਜਦੋਂ ਬੱਚੇ ਕਿਸੇ ਵੀ ਕੋਰਸ ਨੂੰ ਚੂਜ਼ ਕਰਦੇ ਨੇ, ਸਭ ਤੋਂ ਪਹਿਲਾਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੱਕ ਅਪਰੋਚ ਕਰਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਪਹਿਲਾ ਸਵਾਲ ਇਹ ਖੜਾ ਹੁੰਦਾ ਹੈ ਵੀ ਜਿਸ ਯੂਨੀਵਰਸਿਟੀ ਜਾਂ ਜਿਸ ਕਾਲਜ ਤੱਕ ਅਸੀਂ ਅਪਰੋਚ ਕਰ ਰਹੇ ਹਾਂ, ਜਿੱਥੇ ਅਸੀਂ ਐਡਮਿਸ਼ਨ ਲੈਣ ਜਾ ਰਹੇ ਹਾਂ, ਕੀ ਉਹ ਐਕ੍ਰੀਡੇਟ ਹੈ ਜਾਂ ਨਹੀਂ? ਤਾਂ ਚੰਡੀਗੜ੍ਹ ਯੂਨੀਵਰਸਿਟੀ ਬਾਰੇ ਐਕ੍ਰੀਡੇਸ਼ਨ ਹੈ ਜਾਂ ਨਹੀਂ? ਬਿਲਕੁਲ, ਵਿਦਆਊਟ ਐਗਰੀਡੇਸ਼ਨ ਜਾਂ ਵਿਦਆਊਟ ਅਪਰੂਵਲ ਅਸੀਂ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਸਟਾਰਟ ਨਹੀਂ ਕਰ ਸਕਦੇ। ਉਸੇ ਤਰ੍ਹਾਂ ਆਨਲਾਈਨ ਲਰਨਿੰਗ ਜਿਹੜਾ ਸਾਡਾ ਸਟਾਰਟ ਹੋਇਆ ਸੀ ਉਹ 2021 ਦੇ ਵਿੱਚ ਹੋਇਆ ਸੀਗਾ ਵਿਦ ਸਾਰੇ ਅਪਰੂਵਲਸ, UGC ਵੱਲੋਂ ਅਪਰੂਵਲ ਸੀਗੇ। ਤੇ ਆਨਲਾਈਨ ਲਰਨਿੰਗ ਦੀ ਅਪਰੂਵਲ ਲੈਣ ਦੇ ਲਈ ਜਿਹੜੀ ਸਭ ਤੋਂ ਵੱਡੀਆਂ ਚੀਜ਼ਾਂ, ਤੁਹਾਡੀ ਯੂਨੀਵਰਸਿਟੀ NAC A+ ਹੋਣੀ ਚਾਹੀਦੀ ਹੈ, ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਆਲਰੇਡੀ ਹੈਗੀ ਆ। ਤੇ ਤੁਹਾਡੀ ਜਿਹੜੀ NRF ਰੈਂਕਿੰਗ ਹੈ ਉਹ ਤੁਹਾਡੀ 1 ਤੋਂ ਲੈ ਕੇ 100 ਦੇ ਵਿੱਚ ਦੀ ਰੈਂਕਿੰਗ ਹੋਣੀ ਚਾਹੀਦੀ ਹੈ। ਤੇ ਸਾਡੀ ਯੂਨੀਵਰਸਿਟੀ ਦੇ ਕੋਲ, ਚੰਡੀਗੜ੍ਹ ਯੂਨੀਵਰਸਿਟੀ ਦੇ ਕੋਲ 52nd ਰੈਂਕ ਹੈ NRF ਦਾ, ਜਿਹਦੇ ਬੇਸਿਸ ਤੇ ਤੁਸੀਂ ਆਨਲਾਈਨ ਲਰਨਿੰਗ ਦੇ ਲਈ ਸਾਰੇ ਅਪਰੂਵਲਸ ਹੈ। ਬੱਚਿਆਂ ਦੀ ਅੱਜ ਕੱਲ੍ਹ ਸਭ ਤੋਂ ਵੱਧ ਡਿਮਾਂਡ ਕੀ ਹੁੰਦੀ ਹੈ ਕਿ ਪੜ੍ਹ ਕੇ ਉਹ ਬਾਹਰ ਜਾਣਾ ਚਾਹੁੰਦੇ ਆ, ਤੇ ਇਹ ਜਿਹੜੀ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਦੀ ਡਿਗਰੀ ਬੱਚਿਆਂ ਨੂੰ ਮਿਲਦੀ ਹੈ ਉਹ ਪ੍ਰੋਪਰਲੀ ਵੈਸ ਪ੍ਰੂਵਡ ਹੈ। ਤੇ ਬੱਚਾ ਆਪਣੀ ਚਾਹੇ ਇੰਡੀਆ ਰਹਿ ਕੇ ਆਪਣੀ ਜੌਬ ਦੇ ਲਈ ਜਾਂ ਕਿਸੇ ਚੀਜ਼ ਲਈ ਗਵਰਨਮੈਂਟ ਪ੍ਰਾਈਵੇਟ ਸੈਕਟਰ 'ਚ ਅਪਰੂਵਡ ਹੈ, ਐਜ਼ ਵੈਲ ਐਜ਼ ਇੰਟਰਨੈਸ਼ਨਲੀ ਵੀ ਅਪਰੂਵਡ ਹੈ। ਬਹੁਤ ਸਾਰੇ ਸਟੂਡੈਂਟਸ ਆਨਲਾਈਨ ਕੋਰਸਿਸ ਜੁਆਇਨ ਕਰਨਾ ਚਾਹੁੰਦੇ ਨੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਸ ਦਾ ਪ੍ਰੋਸੈਸ ਕੀ ਹੈ, ਕਿਸ ਤਰ੍ਹਾਂ ਅਸੀਂ ਐਡਮਿਸ਼ਨ ਲੈ ਸਕਦੇ ਹਾਂ। ਤੇ ਜੇ ਕਿਸੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਨਲਾਈਨ ਲਰਨਿੰਗ ਦੇ ਵਿੱਚ ਐਡਮਿਸ਼ਨ ਲੈਣਾ ਹੋਵੇ ਤਾਂ ਉਹਦਾ ਪ੍ਰੋਸੈਸ ਕੀ ਰਹਿੰਦਾ? ਪ੍ਰੋਸੈਸ ਬਹੁਤ ਸਿੰਪਲ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਵੈਬਸਾਈਟ, ਆਫੀਸ਼ੀਅਲ ਵੈਬਸਾਈਟ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਲਰਨਿੰਗ ਦੀ, ਉਹ ਸਾਡੀ ਹੈਗੀ ਹੈ www.onlinecu.in। ਉਹ ਬੱਚਾ ਜਦੋਂ ਵੈਬਸਾਈਟ ਓਪਨ ਕਰਦਾ ਹੈ ਤਾਂ ਬਹੁਤ ਹੀ ਸਿੰਪਲ ਪ੍ਰੋਸੈਸ ਹੈ, ਤੁਸੀਂ ਦੇਖ ਸਕਦੇ ਹੋ। ਜਿਵੇਂ ਕਿ ਇਹ ਜਿਹੜੀ ਸਾਡੀ ਵੈਬਸਾਈਟ ਹੈ ਉਹ ਓਪਨ ਆ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਗਰਾਮਸ ਦੀ ਲਿਸਟ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਮਿਲ ਜਾਏਗੀ। ਚਾਹੇ ਬੱਚਾ ਅੰਡਰ ਗ੍ਰੈਜੂਏਟ ਕੋਰਸ ਕਰਨਾ ਚਾਹ ਰਿਹਾ ਹੈ, ਚਾਹੇ ਪੋਸਟ ਗ੍ਰੈਜੂਏਟ, ਉਹਨੂੰ ਸਾਰੇ ਜਿਹੜੀ ਲਿਸਟ ਹੈ ਪ੍ਰੋਗਰਾਮਸ ਦੀ ਉਹ ਆਲਰੇਡੀ ਔਨ ਪੇਜ ਹੀ, ਜਿਹੜਾ ਫਰਸਟ ਪੇਜ ਹੈ ਉਹਦੇ ਤੇ ਹੀ ਮਿਲ ਜਾਂਦੀ ਹੈ। ਬੱਚਾ ਸਿੰਪਲ ਵੇ ਨਾਲ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਆ ਇਨਕੁਆਇਰੀ ਨਾਓ ਤੇ ਜਾ ਕੇ, ਤੇ ਆਪਣੀ ਬੇਸਿਕ ਇਨਫੋਰਮੇਸ਼ਨਸ ਦੇ ਕੇ ਉਹ ਫਰਸਟ ਰਜਿਸਟ੍ਰੇਸ਼ਨ ਕਰਦਾ ਆ, ਨੇਮ, ਈਮੇਲ ID, ਉਹਦੇ ਨਾਲ ਉਹਨੂੰ ਇੱਕ ID ਪਾਸਵਰਡ ਜਨਰੇਟ ਹੋ ਕੇ ਮਿਲ ਜਾਂਦਾ, ਜਿਸ ਤੋਂ ਬਾਅਦ ਉਹ ਆਪਣੀ ਪ੍ਰੋਸੈਸਿੰਗ ਐਡਮਿਸ਼ਨ ਦਾ ਪ੍ਰੋਸੈਸ ਸਟਾਰਟ ਕਰਦਾ ਆ। ਐਪਲੀਕੇਸ਼ਨ ਫਾਰਮ ਜਿਹਦੇ ਬੇਸਿਕ ਹੋ ਗਿਆ, ਪਰਸਨਲ ਡਿਟੇਲਸ, ਕੰਟੈਕਟ, ਫਿਰ ਕੁਆਲੀਫਿਕੇਸ਼ਨ ਡਿਟੇਲਸ ਦੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਬੱਚਾ ਆਪਣੀ ਫੀਸ ਪੇ ਕਰਕੇ ਆਪਣੇ ਡਾਕੂਮੈਂਟ ਸਬਮਿਟ ਕਰਦਾ ਹੈ ਯੂਨੀਵਰਸਿਟੀ ਨੂੰ। ਵੈਰੀਫਿਕੇਸ਼ਨ ਪ੍ਰੋਸੈਸ ਤੋਂ ਬਾਅਦ ਜਦੋਂ ਬੱਚਾ ਐਲੀਜੀਬਲ ਹੈ ਆਪਣਾ ਕੋਰਸ ਕਰਨ ਦੇ ਲਈ, ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਲਰਨਿੰਗ ਪੋਰਟਲ, ਅਸੀਂ ਲਰਨਿੰਗ ਮੈਨੇਜਮੈਂਟ ਸਿਸਟਮ ਇੱਕ ਪ੍ਰੋਵਾਈਡ ਕਰਦੇ ਹਾਂ, ਉਹਦੇ ਨਾਲ ਆਪਣੀ ਆਨਲਾਈਨ ਸਟੱਡੀ ਸਟਾਰਟ ਕਰ ਸਕਦਾ ਹੈ। ਕਈ ਯੂਨੀਵਰਸਿਟੀ ਜਾਂ ਕਈ ਕੋਰਸਿਸ ਦੇ ਵਿੱਚ ਬੜੀ ਦਿੱਕਤਾਂ ਆਉਂਦੀਆਂ ਨੇ, ਕਈ ਤਰ੍ਹਾਂ ਦੀਆਂ ਵੈਬਸਾਈਟਸ ਖੋਲ੍ਹਣੀਆਂ ਪੈਂਦੀਆਂ ਨੇ, ਬਟ ਇਹ ਬੜਾ ਸਿੰਪਲ ਜਿਹਾ ਤਰੀਕਾ ਤੁਸੀਂ ਦੱਸਿਆ ਵੀ ਕਿਤੇ ਤੁਸੀਂ ਸਾਈਟ ਤੇ ਜਾ ਕੇ ਇੱਥੇ
ਕਰਵਾ डायरेक्ट बच्चा अपनी बिना किसी असिस्टेंट तो ये चीज़ खुद भी कर सकता है, लेकिन अगर फिर भी किते दिक्कत आती है, कोई प्रॉब्लम है, बच्चे नूं परेशानी है रजिस्ट्रेशन या फॉर्म फिल करने दे विच, तां बच्चे नूं पूरी असिस्टेंट यूनीवर्सिटी दे वल्लों प्रोवाइड की जाती है। हैल्पलाइन नंबर है साडा 1800 1213 8800। बच्चा उहदे ते कॉल करके या हैल्प ले सकता है। ईमेल आईडीज़ प्रोवाइड कीतियां गईयां ने admissions@coidl.in, जिहदे ते बच्चा मेल के थ्रू भी यूनीवर्सिटी नूं कनैक्ट कर सकता है। ਜਿਹੜੇ ਤੁਸੀਂ ਹੈਲਪਲਾਈਨ ਨੰਬਰ ਦੱਸਿਆ ਹੈ 24 ਆਵਰਸ ਕੰਮ ਕਰਦਾ ਹੈ ਜਾਂ ਕਿਹੜੇ ਟਾਈਮ ਸਟੂਡੈਂਟ ਜੋ ਹੈ ਕਾਲ ਕਰ ਸਕਦੇ ਨੇ ਇਨਫੋਰਮੇਸ਼ਨ ਲੈ ਸਕਦੇ ਨੇ? मैम देखो ये ਜਿਹੜਾ ਆਪਣਾ ਹੈਲਪਲਾਈਨ ਨੰਬਰ ਅਸੀਂ ਦਿੱਤਾ ਆ, ਵੈਸੇ ਤਾਂ ਇਹ ਹੈਲਪਲਾਈਨ ਨੰਬਰ 24 ਆਵਰਸ ਹੀ ਚੱਲਦਾ ਆ, ਬਟ ਬਾਈ ਚਾਂਸ ਮੰਨ ਲਓ ਬੱਚੇ ਦੀ ਕਾਲ ਮਿਸ ਵੀ ਹੋ ਜਾਂਦੀ ਹੈ, ਦੈਨ ਅਸੀਂ ਉਸ ਨੂੰ ਦੁਬਾਰਾ ਕਨੈਕਟ ਜ਼ਰੂਰ ਕਰਦੇ ਹਾਂ। ਬਿਲਕੁਲ ਮੈਮ, ਇਸ ਤੋਂ ਅਗਲਾ ਸਵਾਲ ਇਹ ਖੜਾ ਹੋ ਜਾਂਦਾ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ, ਹਰ ਇੱਕ ਦੇ ਕੋਲ ਬੜੇ ਹੱਡ ਤੋੜ ਵੀ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਬਾਅਦ 4 ਪੈਸੇ ਜੁੜਦੇ ਨੇ। ਹਰ ਇੱਕ ਪੇਰੈਂਟਸ ਚਾਹੁੰਦੇ ਨੇ ਵੀ ਅਸੀਂ ਬੱਚਿਆਂ ਨੂੰ ਪੜ੍ਹਾਈਏ ਵੀ ਪਰ ਜ਼ਿਆਦਾ ਫੀਸ ਨਾ ਹੋਵੇ, ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਨਲਾਈਨ ਲਰਨਿੰਗ ਕੋਰਸਿਸ ਦੀ ਫੀਸ ਸਟਰਕਚਰ ਕੀ ਰਹਿੰਦਾ ਹੈ? ਫੀਸ ਸਟਰਕਚਰ ਜਿਹੜਾ ਰਹਿੰਦਾ ਆ ਉਹ ਯੂਜੀ ਤੇ ਪੀਜੀ ਕੋਰਸਿਸ ਲਈ ਡਿਫਰੈਂਟ ਆ। ਜਿਵੇਂ ਅਗਰ ਆਪਾਂ ਗੱਲ ਕਰੀਏ ਅੰਡਰ ਗ੍ਰੈਜੂਏਟ ਕੋਰਸਿਸ ਦੀ, ਤਾਂ ਉਹਨਾਂ ਦੀ ਜਿਹੜੀ ਸਮੈਸਟਰ ਵਾਈਜ਼ ਫੀਸ ਹੈ ਉਹ 20,000 ਤੋਂ ਲੈ ਕੇ 30 ਜਾਂ 35,000 ਦੇ ਵਿੱਚ ਰਹਿੰਦੀ ਹੈ। ਉਸੇ ਤਰ੍ਹਾਂ ਹੁਣ ਪੋਸਟ ਗ੍ਰੈਜੂਏਸ਼ਨ ਕੋਰਸਿਸ ਦੀ ਅਗਰ ਮੈਂ ਗੱਲ ਕਰਾਂ ਤਾਂ 30 ਤੋਂ ਲੈ ਕੇ 50,000 ਦੇ ਵਿੱਚ ਦਾ ਜਿਹੜਾ ਸਾਡਾ ਸਲੈਬ ਹੈ ਫੀਸ ਦਾ ਉਹ ਰਹਿੰਦਾ ਆ। ਰੈਸਟ ਇਹ ਗੱਲ ਹੈ ਕਿ ਬੱਚੇ ਨੂੰ ਇਦਾਂ ਨਹੀਂ ਹੈ, ਬੱਚਾ ਅਗਰ ਈਅਰ ਵਾਈਜ਼ ਪੇ ਕਰਨਾ ਚਾਹੁੰਦਾ ਹੈ ਤਾਂ ਈਅਰਲੀ ਪੇ ਕਰ ਸਕਦਾ ਹੈ, ਸਮੈਸਟਰਲੀ ਕਰਨਾ ਚਾਹੁੰਦਾ ਹੈ ਸਮੈਸਟਰਲੀ ਕਰ ਸਕਦਾ ਹੈ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਬੱਚਾ ਫਲੈਕਸੀਬਲ ਆ, ਉਹ ਜਿੱਦਾਂ ਪੇ ਕਰਨਾ ਚਾਹੇ ਕਰ ਸਕਦਾ ਹੈ। ਯਾਨੀ ਕਿ ਬੱਚਿਆਂ ਨੂੰ ਇੱਕ ਫੈਸਿਲਿਟੀ ਦਿੱਤੀ ਗਈ ਹੈ, ਇੰਸਟਾਲਮੈਂਟਸ ਦੇ ਵਿੱਚ ਵੀ ਫੀਸ ਦੇ ਸਕਦੇ। ਬਿਲਕੁਲ ਇੰਸਟਾਲਮੈਂਟ ਦੇ ਵਿੱਚ ਕਰ ਸਕਦੇ ਆ। ਅਗਰ ਕੋਈ ਬੱਚਾ ਬੋਲ ਰਿਹਾ ਹੈ ਕਿ ਉਹ ਇੰਸਟਾਲਮੈਂਟ ਵਿੱਚ ਪੇ ਕਰਨਾ ਚਾਹੁੰਦਾ ਹੈ, ਉਹ ਸਮੈਸਟਰਲੀ ਵੀ ਨਹੀਂ ਕਰ ਸਕਦਾ, ਤਾਂ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਪੂਰੀ ਅਸਿਸਟੈਂਸ ਉਸ ਚੀਜ਼ ਦੀ ਮਿਲਦੀ ਹੈ। ਫਾਈਨੈਂਸ ਡਿਪਾਰਟਮੈਂਟ ਦੇ ਵੱਲੋਂ ਅਸੀਂ ਉਹਨਾਂ ਨੂੰ ਹੈਲਪ ਕਰਦੇ ਹਾਂ ਤਾਂ ਕਿ ਉਹ ਇੰਸਟਾਲਮੈਂਟ 'ਚ ਆਪਣੀ ਫੀਸ ਪੇ ਕਰ ਸਕਣ। ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰਨ ਦੇ ਵਿੱਚ ਚੂਜ਼ ਕਰ ਰਹੇ ਹੋ, ਫੋਰ ਐਗਜ਼ਾਮਪਲ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੂਜ਼ ਕਰਨ ਬਾਰੇ ਸੋਚ ਰਹੇ ਨੇ, ਪਰ ਚੰਡੀਗੜ੍ਹ ਯੂਨੀਵਰਸਿਟੀ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਫਰਕ ਕੀ ਹੈ? ਕਿਉਂ ਸਟੂਡੈਂਟ ਚੰਡੀਗੜ੍ਹ ਯੂਨੀਵਰਸਿਟੀ ਨੂੰ ਤਰਜੀਹ ਦੇਣ? ਸਭ ਤੋਂ ਪਹਿਲਾਂ ਕੀ ਗੱਲ ਆ ਜਾਂਦੀ ਹੈ, ਜਦੋਂ ਅਸੀਂ ਦੋ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਹਮੇਸ਼ਾ ਇਹ ਦੇਖਦੇ ਹਾਂ ਕਿ ਜਿਹੜੀ ਆਨਲਾਈਨ ਲਰਨਿੰਗ ਅਸੀਂ ਲੈਣ ਜਾਂ ਅਸੀਂ ਜੁਆਇਨ ਕਰਨ ਲੱਗੇ ਹਾਂ, ਕਿਆ ਐਕਰੀਡੇਸ਼ਨ ਹੈ, ਅਪਰੂਵਲਸ ਹੈ, ਕਿਉਂਕਿ ਅਗਰ ਅਪਰੂਵਲ ਨਹੀਂ ਹੈ ਤਾਂ ਤੁਹਾਡੀ ਆਨਲਾਈਨ ਲਰਨਿੰਗ ਕੀਤੀ ਹੋਈ ਡਿਗਰੀ ਦਾ ਕੋਈ ਫਾਇਦਾ ਨਹੀਂ ਰਹੇਗਾ। ਤਾਂ ਸਭ ਤੋਂ ਬੜੀ ਗੱਲ ਤਾਂ ਇਹੀ ਹੈ ਕਿ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦੇ ਅਪਰੂਵਲਸ ਹੈ, NAC A+ ਜਿਹੜਾ ਅਪਰੂਵਲ ਹੈ, ਜਿਹੜਾ ਰੈਂਕ ਯੂਨੀਵਰਸਿਟੀ ਦੇ ਕੋਲ ਹੈ, ਉਹ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਕੋਲ ਨਹੀਂ ਹੈਗਾ। ਜਿਹੜੇ QS ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ QS ਦਾ 3rd ਰੈਂਕ ਯੂਨੀਵਰਸਿਟੀ ਨੂੰ ਮਿਲਿਆ ਆ, ਉਹ ਵੀ ਬਹੁਤ ਸਾਰੀ ਯੂਨੀਵਰਸਿਟੀਜ਼ ਦੇ ਕੋਲ ਨਹੀਂ ਹੈ। NRF ਦੇ ਵਿੱਚ ਤੁਹਾਡੀ ਯੂਨੀਵਰਸਿਟੀ ਤੁਸੀਂ ਜਿਹੜੀ ਚੁਣ ਰਹੇ ਹੋ ਉਹ ਕਿਸ ਰੈਂਕ ਤੇ ਹੈ, ਇਹ ਵੀ ਬਹੁਤ ਮਾਇਨੇ ਰੱਖਦਾ ਆ। ਤੇ ਯੂਨੀਵਰਸਿਟੀ 52nd ਰੈਂਕ ਤੇ ਹੈ, ਜੋ ਕਿ ਬਹੁਤ ਬੜੀ ਗੱਲ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਅਸੀਂ ਸਟੂਡੈਂਟਸ ਨੂੰ 24/7 ਉਹਨਾਂ ਨੂੰ ਅਸਿਸਟੈਂਟ ਪ੍ਰੋਵਾਈਡ ਕਰਦੇ ਹਾਂ, ਚਾਹੇ ਉਹ ਉਹਨਾਂ ਦੇ ਐਜੂਕੇਸ਼ਨ ਬੇਸ ਤੇ ਹੋਵੇ, ਚਾਹੇ ਉਹਨਾਂ ਦਾ ਅਕੈਡਮਿਕ ਪ੍ਰੋਬਲਮ ਹੈ, ਨਾਨ ਅਕੈਡਮਿਕ ਇਸ਼ੂਜ਼ ਤੋਂ ਲੈ ਕੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੂੰ 24 ਘੰਟੇ ਦੇ ਵਿੱਚ ਉਹਨਾਂ ਨੂੰ ਹੈਲਪ ਪ੍ਰੋਵਾਈਡ ਕੀਤੀ ਜਾਂਦੀ ਹੈ। ਤਾਂ ਇਸ ਬਾਰੇ ਗੱਲਬਾਤ ਕਰਨ ਲਈ ਕਿ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਜੇ ਦਿੱਕਤ ਆਉਂਦੀ ਹੈ ਤਾਂ ਉਸ ਦਿੱਕਤ ਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ, ਗੱਲਬਾਤ ਕਰਨ ਲਈ ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਆਈਡਲ ਡਿਪਾਰਟਮੈਂਟ ਤੋਂ ਅਸਿਸਟੈਂਟ ਪ੍ਰੋਫੈਸਰ ਮੈਮ ਰੀਮਾ ਜੁੜੇ ਨੇ। ਮੈਮ ਸਵਾਗਤ ਹੈ ਜੀ, ਥੈਂਕ ਯੂ। ਮੈਮ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਕਲਾਸਿਸ ਕਿਵੇਂ ਚੱਲ ਰਹੀਆਂ ਨੇ? हाँ जी, क्लासेस चलती हैं। एक जैसे एडमिशन हो गया, उसके बाद फिर एक आता है आपका LMS। ये है लर्निंग प्लेटफॉर्म। LMS का मतलब है आपका लर्निंग मैनेजमेंट सिस्टम। अब उसमें क्या होता है, स्टूडेंट को सारी चीज़ें प्रोवाइड की जाती हैं। उसमें क्या क्या आता है, सबसे पहले आती हैं हमारी बुक्स कैसे दी जाती हैं, ऑनलाइन तरीके से दी जाती हैं। बुक्स जो होती हैं वो है SLM, सेल्फ लर्निंग मटीरियल। सेल्फ का मतलब वो खुद से ही पढ़ रहा है स्टूडेंट, क्योंकि वो ऑनलाइन लर्निंग में है। अब आपके SLM में वो सब कुछ उनको ऑनलाइन ही प्रोवाइड किया जाता है। अब LMS में सारे ई-बुक्स प्रोवाइड की जाती हैं। जैसे फर्स्ट सेमेस्टर का स्टूडेंट है, उसमें 5 सब्जेक्ट हैं, तो 5 सब्जेक्ट की बुक्स उसको LMS पे दी जाएंगी। उन बुक्स के अलावा उसको दिए जाते हैं लाइव लेक्चर्स। लाइव लेक्चर्स में जो टीचर्स हैं वो उनको वीडियो के माध्यम से उनको पढ़ाते हैं
और वो लाइव सेशंस होते हैं। अगर वो स्टूडेंट लाइव लेक्चर ले सकता है तो बहुत अच्छी बात है, लेकिन अगर वो नहीं अवेलेबल है, सपोज वो वर्किंग स्टूडेंट है, तो फिर वो रिकॉर्डेड हो जाते हैं और वो किसी भी टाइम पर अपनी अवेलेबिलिटी के अनुसार, जैसे रात में वो फ्री है तो वो रात में देख सकता है, सुबह देख सकता है। और वो अगर उसने सपोज 30 मिनट का सेशन है, उसने 20 मिनट ही क्लास देख पाया, वो फिर उसको कुछ काम आ गया, तो फिर वो वहीं से कंटिन्यू कर सकता है जहाँ से उसने छोड़ा है। यहाँ पर एक सवाल खड़ा हो जाता है कि जैसे आपने बोला कि ऑनलाइन लेक्चर्स होते हैं या रिकॉर्डेड लेक्चर्स होते हैं, लेकिन किसी अगर विद्यार्थी को कुछ समझ नहीं आ रहा, फॉर एग्जांपल प्रोफेसर ने कोई बात बोली वो नहीं समझ आई, बुक्स में जो बात लिखी वो नहीं समझ आई, तो उस सिचुएशन में टीचर्स या फिर उस एलएमएस सॉफ्टवेयर का क्या रोल रह जाता है कि स्टूडेंट अपने आप अपना वो क्वेश्चन अपने टीचर्स के तक शेयर कर सके? तो अगर वो लाइव सेशन देख रहा है तो वो उसी टाइम पर क्वेरी अपनी रेज कर सकता है, डाउट पूछ सकता है और उसको लाइव सेशन में ही आंसर मिल जाएगा। अगर वो रिकॉर्डेड देख रहा है तो एलएमएस में ही एक ईमेल भी प्रोवाइड किया गया है, उनको एक नंबर भी दिया गया है जिससे कि वो उस पर्टिकुलर टीचर से कनेक्ट कर सकता है और उनको एक वहाँ पर वो क्वेरी भी, डाउट लिख सकते हैं और टीचर उनको वहीं पर रिप्लाई कर देगा। तो उनको तीनों चीज़ें, जैसे ईमेल है, उनका हेल्पलाइन नंबर है और वो एलएमएस जो लर्निंग प्लेटफॉर्म है वहाँ पर भी वो क्वेरी लिख सकता है। टीचर्स ਦੇ ਲਈ ਕੋਈ ਟਾਈਮ ਬਾਉਂਡੇਸ਼ਨ ਵੀ ਰੱਖੀ ਗਈ ਹੈ ਵੀ ਜੇ ਕੋਈ ਮੇਲ ਆਉਂਦੀ ਹੈ ਜਾਂ ਕੋਈ ਕਾਲ ਆਉਂਦੀ ਹੈ ਤਾਂ ਇੰਨੇ ਟਾਈਮ ਦੇ ਵਿੱਚ ਟੀਚਰ ਨੇ ਉਸ ਨੂੰ ਰਿਪਲਾਈ ਕਰਨਾ ਹੀ ਕਰਨਾ ਹੈ? हाँ जी, तो 24 आवर्स 24 घंटे के अंदर अंदर टीचर उसे रिप्लाई कर ही देता है। वैसे तो बहुत ही जल्दी कर देता है, क्योंकि ऑनलाइन के माध्यम से बच्चा पढ़ रहा है तो फिर उसके जितना जल्दी डाउट सॉल्व होगा उतना ही जल्दी टीचर भी उससे कनेक्ट कर पाएगा और बच्चा भी आगे बढ़ सकता है। अब इसके अलावा जैसे एलएमएस में एक तो ये बुक्स का हो गया, उसके अलावा ई लाइब्रेरी करके एक हम फैसिलिटी दे रहे हैं स्टूडेंट्स को। ई लाइब्रेरी में सबको एक्सेस ओपन है। उसमें क्या है, उसमें एसएलएम जो बुक्स हैं, जो सेमेस्टर की बुक्स हैं, उन सब्जेक्ट्स के अलावा भी बहुत सारी ई बुक्स दी गई हैं, जिससे कि एक्स्ट्रा नॉलेज किसी बच्चे को लेनी है, किसी को असाइनमेंट्स में हेल्प चाहिए, एग्जामिनेशन में हेल्प चाहिए, तो ई लाइब्रेरी में बहुत सारी बुक्स अवेलेबल हैं सारे ही स्टूडेंट्स को। ਐਲਐਮਐਸ ਸੌਫਟਵੇਅਰ ਦੀ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ, ਪਰ ਇੰਟਰਵਿਊ ਦੇ ਵਿੱਚ ਜਿਹੜੇ ਸਟੂਡੈਂਟ ਦੇਖ ਰਹੇ ਹੋਣਗੇ ਉਹਨਾਂ ਦੇ ਮਨ 'ਚ ਇਹ ਸਵਾਲ ਜ਼ਰੂਰ ਖੜਾ ਹੋ ਜਾਏਗਾ ਕਿ ਜਿਹੜੇ ਸੌਫਟਵੇਅਰ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਸੌਫਟਵੇਅਰ ਸਾਨੂੰ ਬਾਏ ਕਰਨਾ ਪਏਗਾ ਜਾਂ ਇਹਦੀ ਵੀ ਕੋਈ ਰਜਿਸਟ੍ਰੇਸ਼ਨ ਫੀਸ ਹੈ ਜਾਂ ਫਿਰ ਯੂਨੀਵਰਸਿਟੀ ਦੇ ਵੱਲੋਂ ਸਾਨੂੰ ਫ੍ਰੀ ਆਫ ਕੋਸਟ प्रोवाइड किया जाता है? बस सिर्फ एडमिशन फीस देनी है उसको, बाकी ये सब कुछ उसको फ्री मिलता है। तो एलएमएस में बुक्स दी जाती हैं, ई लाइब्रेरी दिया जाता है। फिर एक और एफिलिएशन है एनपीटीईएल के साथ, जो है नेशनल प्रोग्राम फॉर टेक्नोलॉजी इन्हांस्ड लर्निंग। तो ये एक सॉफ्टवेयर है जिसके थ्रू हम उनको प्रोवाइड करेंगे आईआईटीज़ और आईआईएम्स के जो प्रोफेसर्स हैं उनके लेक्चर्स, एक्सपर्ट लेक्चर्स जो होते हैं, तो उससे उनको बहुत नॉलेज, बहुत सारा एक्स्ट्रा मटेरियल उन स्टूडेंट्स के पास जाएगा। और फिर इसमें ये एलएमएस में फिर आपका सपोर्ट सिस्टम भी आता है। एक तो आपने जैसे पूछा कि एकेडमिक की क्वेरीज कैसे सॉल्व हों, तो वो तो मैंने बता दिया। बाकी उसमें सपोर्ट सिस्टम जो हेल्प डेस्क है, एडमिशन से रिलेटेड कोई इश्यूज़ है स्टूडेंट को, तो उसमें उसके लिए भी सपोर्ट करके एक उनको पोर्टल दिया जाता है, वहाँ पे वो क्वेरीज अपना डाउट्स पूछते हैं और फिर उनको तुरंत के तुरंत ही जितना जल्दी हो सके आंसर दे दिए जाते हैं। जिस तरह सारी ਤੁਸੀਂ ई ਲਾਇਬ੍ਰੇਰੀ ਦਾ ਵੀ ਜ਼ਿਕਰ ਕੀਤਾ ਵੀ ਇਸ ਸੌਫਟਵੇਅਰ ਤੇ ਸਭ ਕੁਝ ਪ੍ਰੋਵਾਈਡ ਕੀਤਾ ਜਾਂਦਾ ਹੈ। ਆਫ ਦੀ ਰਿਕਾਰਡ ਜਦੋਂ ਆਪਾਂ ਕਲਾਸਿਸ ਲਗਾਉਂਦੇ ਆ ਤਾਂ ਜਦੋਂ ਸਟੂਡੈਂਟਸ ਟੀਚਰਸ ਪੜ੍ਹਾਉਂਦੇ ਨੇ, ਸਟੂਡੈਂਟਸ ਨੂੰ ਪੜ੍ਹਦੇ ਨੇ, ਉਸ ਤੋਂ ਬਾਅਦ ਇੱਕ ਕਹਿੰਦੇ ਟੈਸਟ ਵੀ ਲਿਆ ਜਾਂਦਾ ਬੱਚੇ ਦਾ ਵੀ ਬੱਚੇ ਨੂੰ ਕਿੰਨਾ ਕੁ ਸਮਝ ਆਇਆ। ਇਹ ਜੋ ਸੌਫਟਵੇਅਰ ਤੁਸੀਂ ਜ਼ਿਕਰ ਕਰ ਰਹੇ ਹੋ, ਇਸ ਦੇ ਵਿੱਚ ਇਹ ਫੈਸਿਲਿਟੀ ਵੀ ਹੈ ਕਿ ਬੱਚੇ ਦਾ ਟਾਈਮ ਤੇ ਟੈਸਟ ਲਿਆ ਜਾਂਦਾ, ਬੱਚੇ ਦਾ ਪਤਾ ਲੱਗੇ ਵੀ ਬੱਚਾ ਕਿੱਥੇ ਸਟੈਂਡ ਕਰ ਰਿਹਾ ਹੈ। जी जी बिल्कुल, जैसे मॉड्यूल वाइज होती हैं सारी क्लासेस, तो एक मॉड्यूल खत्म होने के बाद उनका मॉक टेस्ट होता है, तो जिससे कि उनकी कंटिन्यूअस लर्निंग भी होती रहे। कि एक तो होता है कि असाइनमेंट, 2 असाइनमेंट देते हैं हम, तो असाइनमेंट हो गए एक तो कंटिन्यूअस में, और उनका मॉक टेस्ट भी होता है जिससे उनका रिवीजन भी चलता रहे। तो फाइनल एग्जाम होने से पहले, जो सेमेस्टर एंड एग्जाम है उसके पहले हर मॉड्यूल के बाद मॉक टेस्ट और फिर असाइनमेंट्स होते हैं, जिससे कि वो बच्चा जो पढ़ रहा है वो रिवाइज भी करता रहे और उसको पता चले कि वो कितना उसको आ रहा है या नहीं आ रहा है। ਬਿਲਕੁਲ ਮੈਮ, ਇਹ ਸੌਫਟਵੇਅਰ ਜਿਹੜਾ ਹੈ ਮੋਬਾਈਲ ਤੇ ਚੱਲ ਸਕਦਾ ਹੈ ਜਾਂ ਫਿਰ ਇਸ ਦੇ ਲਈ ਲੈਪਟਾਪ ਲੈਣਾ ਰਿਕੁਆਇਰਮੈਂਟ ਬਣ ਜਾਂਦਾ ਹੈ?
ये दोनों दोनों पे वर्क करता है, ये मोबाइल में भी चलेगा, ये लैपटॉप में भी चलेगा, जैसा उस स्टूडेंट के पास अवेलेबिलिटी उस हिसाब से। ਇੱਕ ਦਿਨ ਦੇ ਲਈ ਜੇ ਸਪੋਜ਼ ਕਰੋ ਇੱਕ ਸਟੂਡੈਂਟ ਕੋਲ ਇੱਕ ਦਿਨ ਟਾਈਮ ਨਹੀਂ ਹੈ, ਉਹਦਾ ਬਿਜ਼ੀ ਸ਼ੈਡਿਊਲ ਹੈ, ਦੈਨ ਉਹ ਦੂਜੇ ਦਿਨ ਉਹ ਚੀਜ਼ ਦੇਖ ਤਾਂ ਸਕਦਾ ਹੈ, ਬਟ ਜੇ ਕੋਈ ਅੱਗੇ ਪਿੱਛੇ ਹੋ ਜਾਂਦਾ ਤਾਂ ਉਸ ਦੀ ਫੈਸਿਲਿਟੀ ਹੈ ਵੀ ਜੇ ਅੱਜ ਤੋਂ ਆਪਾਂ ਪਿਛਲਾ ਇੱਕ ਹਫਤੇ ਦਾ ਦੇਖਣਾ ਹੋਵੇ ਵੀ ਉਸ ਦਿਨ ਅਸੀਂ ਕੀ ਲੈਕਚਰ ਪੜ੍ਹ ਦਿੱਤਾ ਸੀ ਜਾਂ ਪ੍ਰੋਫੈਸਰ ਨੇ ਕੀ ਪੜ੍ਹਾਇਆ ਸੀ, ਉਹ ਦੁਬਾਰਾ ਦੇਖ ਸਕਦੇ। हाँ जी, बिल्कुल दे सकता है। वो जो भी पढ़ाया जा रहा है सब कुछ रिकॉर्ड होता है उसमें, सारी क्लासेस उसके पास होंगी, उसका जब मन है, जैसा उसका टाइम है, वो कितना भी, एक हफ्ता 6 महीने पहले का जो भी उसका सेमेस्टर चल रहा है वो पूरा एक्सेस कर सकता है। और एलएमएस में एक अनाउंसमेंट की भी फैसिलिटी होती है कि अनाउंसमेंट में क्या आता है, नोटिफिकेशन आता है टाइम टू टाइम। उसमें जैसे कोई लाइव लेक्चर है तो उसका डेट क्या है, टाइम क्या है, तो वो स्टूडेंट को, जैसे कि वो बैक में जाके भी देख सकता है कौन कौन से लेक्चर्स हुए थे, फिर कौन सा असाइनमेंट की का लास्ट डेट है, लास्ट डेट एक्सटेंड हो रही है, एग्जामिनेशन कब से शुरू हो रहे हैं, ये सारी चीज़ें भी उसको अनाउंसमेंट नोटिफिकेशन एलएमएस में मिलता है। ਫੋਰ ਐਗਜ਼ਾਮਪਲ ਕੋਈ ਸਟੂਡੈਂਟ ਲਗਾਤਾਰ ਐਲਐਮਐਸ ਸੌਫਟਵੇਅਰ ਯੂਜ਼ ਕਰ ਰਿਹਾ, ਸਟੱਡੀ ਕਰ ਰਿਹਾ, ਬਟ ਉਹਦੇ ਵਿੱਚ ਇੰਪਰੂਵਮੈਂਟ ਨਹੀਂ ਹੋ ਰਹੀ, ਦੈਨ ਉਹ ਵੀਕ ਸਟੂਡੈਂਟ ਨੂੰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾਂਦਾ? अगर उसकी इम्प्रूवमेंट नहीं हो रही है तो फिर वो टीचर उसको क्लासेस दे सकता है, एक्स्ट्रा क्लासेस भी प्रोवाइड करवाई जा सकती हैं उसको, अगर वो यूनिवर्सिटी के अकॉर्डिंग, यूनिवर्सिटी के रूल्स के अकॉर्डिंग, और फिर उसको एक्स्ट्रा हेल्प भी दी जाएगी। और अगर सपोज हो सकता है कि वो बच्चा फेल हो गया तो फिर री अटेम्प्ट का भी हम प्रोविज़न देते हैं कि वो बच्चा दोबारा से एग्ज़ाम अटेम्प्ट करके अपने मार्क्स इम्प्रूव कर सकता है। जी, ਲਾਸਟ ਸਵਾਲ ਹੈ, ਸਟੂਡੈਂਟਸ ਨੂੰ ਕੀ ਕਹੋਗੇ ਸੌਫਟਵੇਅਰ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਸੌਫਟਵੇਅਰ ਦੇ ਬਾਰੇ ਪਤਾ ਹੀ ਨਹੀਂ ਹੁੰਦਾ। हाँ जी, तो मैं यही कहना चाहूँगी कि ये सॉफ्टवेयर अगर आप गांव से आते हैं, आपको नहीं पता है कि कैसे काम होता है, तो वो बहुत ही इजी सॉफ्टवेयर है, सब कुछ सामने लिखा है। लर्निंग में जाना है, बुक्स में चले जाइए, एग्ज़ाम आपका कब है, कैसे है, उसमें सारा कुछ सामने सामने है। लेक्चर्स भी बहुत ही इजीली आप उसको एक्सेस कर सकते हैं। तो और उसमें लाइब्रेरी है आपका, बहुत सारे आपको लेक्चर्स मिलेंगे, एक्सपर्ट लेक्चर्स मिलेंगे, तो बहुत ही इजी और बहुत ही इफ़ेक्टिव तरीका है एक पढ़ाई करने का। और 100% ऑनलाइन है, कुछ भी आपको यूनिवर्सिटी, आपको एडमिशन से लेके रिजल्ट तक, डिग्री तक, कुछ भी आपको यूनिवर्सिटी नहीं आना है, सब कुछ आपको सॉफ्टवेयर पे ही अवेलेबल हो जाएगा। ਗੱਲਬਾਤ ਕਰਾਂਗੇ ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਤੋਂ ਆਈਡਲ ਡਿਪਾਰਟਮੈਂਟ ਤੋਂ ਸੁਖਵੀਤ ਮੈਮ ਜੁੜੇ ਨੇ। ਮੈਮ ਸਵਾਗਤ ਹੈ। थैंक यू। ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਆਨਲਾਈਨ ਲਰਨਿੰਗ ਦੇ ਵਿੱਚ ਵੀ ਐਗਜ਼ਾਮ ਹੁੰਦੇ ਨੇ, ਕਿਉਂਕਿ ਬਹੁਤ ਸਾਰੇ ਯੂਥ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਵਿੱਚ ਐਗਜ਼ਾਮ ਹੁੰਦੇ ਨੇ ਜਾਂ ਨਹੀਂ। ਨਹੀਂ, ਭਾਵੇਂ ਪਲੇਟਫਾਰਮ ਤੁਹਾਡਾ ਆਨਲਾਈਨ ਹੈਗਾ ਜਾਂ ਆਫਲਾਈਨ ਨਹੀਂ ਹੈਗਾ, ਬਟ ਸਟਿਲ ਤੁਹਾਨੂੰ ਇਵੈਲੂਏਸ਼ਨ ਦੀ ਤੇ ਲੋੜ ਪਏਗੀ ਕਿ ਬੱਚੇ ਦੀ ਪਰਫਾਰਮੈਂਸ ਕਿਵੇਂ ਹੈ। ਇਸ ਲਈ ਐਗਜ਼ਾਮਸ ਵੀ ਹੋਣਗੇ, ਅਸਾਈਨਮੈਂਟਸ ਵੀ ਹੋਣਗੀਆਂ, ਦੋਨੋਂ ਚੀਜ਼ਾਂ ਦੀ ਇਵੈਲੂਏਸ਼ਨ ਪ੍ਰੋਪਰ ਹੋਏਗੀ, ਹਰ ਇੱਕ ਦੀ ਆਪਣੀ ਵੇਟੇਜ ਹੋਏਗੀ ਕਿ ਕਿਵੇਂ ਇਵੈਲੂਏਸ਼ਨ ਹੋਏਗੀ, ਤੇ ਉਹਦੇ ਬੇਸਿਸ ਤੇ ਹੀ ਜਿਹੜੀ ਡਿਗਰੀ ਹੈਗੀ ਹੈ ਉਹ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਏਗੀ। ਜਿਵੇਂ ਆਪਾਂ ਸਮੈਸਟਰ ਦੇ ਵਿੱਚ ਗੱਲ ਕਰੀਏ 6 ਮਹੀਨੇ ਬਾਅਦ ਐਗਜ਼ਾਮ ਹੁੰਦੇ ਨੇ, ਐਨੂਅਲ ਦੇ ਵਿੱਚ 1 ਸਾਲ ਬਾਅਦ ਐਗਜ਼ਾਮ ਹੁੰਦੇ ਨੇ, ਇੱਕ ਵਾਰੀ ਕੱਚੇ ਪੇਪਰ ਕਹਿੰਦੇ ਜਿਹਨੂੰ ਪੰਜਾਬੀ 'ਚ, ਜਾਂ ਫਿਰ ਦੂਜੇ ਵਾਰੀ ਆਪਾਂ ਕਹਿੰਦੇ ਪੱਕੇ ਪੇਪਰ ਹੁੰਦੇ ਨੇ। ਕੀ ਆਨਲਾਈਨ ਲਰਨਿੰਗ ਦੇ ਵਿੱਚ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ, ਸਮੈਸਟਰ ਵਾਈਜ਼ ਐਗਜ਼ਾਮ ਹੁੰਦੇ ਨੇ ਜਾਂ ਇੱਕ ਵਾਰ ਹੀ ਐਗਜ਼ਾਮ ਹੁੰਦਾ? ਨਹੀਂ, ਇਹਦੇ ਵਿੱਚ ਬੇਸਿਕਲੀ ਕੀ ਹੈਗਾ ਹੈ ਕਿ ਮੋਡਿਊਲ ਸਿਸਟਮ ਹੁੰਦਾ ਹੈਗਾ ਆ। ਜਦੋਂ ਤੁਸੀਂ ਇੱਕ ਮੋਡਿਊਲ ਕੰਪਲੀਟ ਕਰਦੇ ਹੋ, ਤੁਹਾਨੂੰ ਕਾਈਂਡ ਆਫ ਇੱਕ ਮੌਕ ਟੈਸਟ ਦਿੱਤਾ ਜਾਂਦਾ ਜਿਹੜਾ ਤੁਹਾਨੂੰ ਕਰਨਾ ਕੰਪਲਸਰੀ ਹੋ ਜਾਂਦਾ ਹੈ, ਜਿਹਦੇ ਬੇਸਿਸ ਤੇ ਜਿਹੜੀ ਤੁਹਾਡੀ ਹੈਗੀ ਇੰਟਰਨਲ ਵੀ ਜਾਏਗੀ, ਰਾਈਟ। ਫਿਰ ਹੁੰਦੀਆਂ ਨੇ 2 ਅਸਾਈਨਮੈਂਟਸ ਜਿਹੜੀਆਂ ਕਰਨੀਆਂ ਬਹੁਤ ਹੀ ਕੰਪਲਸਰੀ ਹੁੰਦੀਆਂ ਨੇ, ਅਦਰਵਾਈਜ਼ ਤੁਹਾਡੀ ਜਿਹੜੀ ਵੇਟੇਜ 30% ਦੀ ਹੈਗੀ ਹੈ ਅਸਾਈਨਮੈਂਟਸ ਦੀ, ਉਹਦੇ ਬੇਸਿਸ ਤੁਹਾਡੀ ਇੰਟਰਨਲ ਨਹੀਂ ਜਾਏਗੀ, ਰਾਈਟ। ਫਿਰ ਉਸ ਤੋਂ ਬਾਅਦ ਜਿਹੜੇ ਪੱਕੇ ਪੇਪਰ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਹ ਹੁੰਦੇ ਨੇ ਐਂਡ ਸਮੈਸਟਰ ਐਗਜ਼ਾਮੀਨੇਸ਼ਨ, ਜਦੋਂ ਤੁਸੀਂ ਆਪਣਾ ਪੂਰਾ ਮੋਡਿਊਲਸ ਖਤਮ ਕਰ ਲਏ ਨੇ ਇੱਕ ਪਰਟੀਕੂਲਰ ਸਮੈਸਟਰ ਦੇ, ਤੇ ਫਿਰ ਐਂਡ ਦੇ ਵਿੱਚ ਤੁਹਾਡੇ ਜਿਹੜੇ ਹੁੰਦੇ ਨੇ ਫਾਈਨਲ ਐਗਜ਼ਾਮਸ ਹੁੰਦੇ ਨੇ ਜਿਹੜੇ ਕਿ 70% ਜਿਸ ਦੀ ਵੇਟੇਜ ਹੈਗੀ ਹੈ। ਬਿਲਕੁਲ ਮੈਮ, ਇਹ ਐਗਜ਼ਾਮ ਬੱਚਾ ਉਦੋਂ ਹੀ ਦੇਗਾ ਜਦੋਂ ਬੱਚੇ ਨੇ ਕੁਝ ਪੜ੍ਹਿਆ ਹੋਏਗਾ, ਸਟੂਡੈਂਟ ਨੇ ਕੁਝ ਪੜ੍ਹਿਆ ਹੋਏਗਾ, ਜਾਂ ਚਾਹੇ ਆਨਲਾਈਨ ਲਰਨਿੰਗ ਦੇ ਵਿੱਚ ਬੱਚਿਆਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਐਗਜ਼ਾਮ ਕਿਵੇਂ ਦੇਣਾ, ਤੇ ਇਹ ਜਿਹੜਾ ਸਟੱਡੀ ਮਟੀਰੀਅਲ ਹੈ ਇਹ ਕਿਸ ਤਰ੍ਹਾਂ ਪ੍ਰੋਵਾਈਡ ਕਰਵਾਇਆ ਜਾਂਦਾ ਬੱਚਿਆਂ? ਦੇਖੋ, ਸਟੱਡੀ ਮਟੀਰੀਅਲ ਜਿਵੇਂ ਕਿ ਹੁਣ ਇਹ ਆਨਲਾਈਨ ਪਲੇਟਫਾਰਮ ਹੈਗਾ ਆ, ਤੇ ਅਸੀਂ ਉਹਨਾਂ ਨੂੰ ਈ ਬੁੱਕਸ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ ਜਿਨ੍ਹਾਂ ਦੀ ਐਕਸੈਸ ਉਹਨਾਂ ਕੋਲ ਹੈਗੀ ਹੈ, ਈ ਲਾਇਬ੍ਰੇਰੀ ਹੈਗੀ, ਅਗਰ ਉਹ ਐਕਸਟਰਾ ਮਟੀਰੀਅਲ ਕੁਝ ਐਕਸੈਸ ਕਰਨਾ ਚਾਹੁੰਦੇ ਨੇ, ਜਾਂ ਫਿਰ ਜਿਹੜੇ ਲਾਈਵ ਸੈਸ਼ਨਸ ਹੁੰਦੇ ਨੇ ਉਹਨਾਂ ਦੇ ਥਰੂ ਜਿਹੜੀ ਨੌਲੇਜ ਉਹਨਾਂ ਨੂੰ ਗੇਨ ਹੁੰਦੀ ਹੈ, ਉਹਨਾਂ ਦੇ ਬੇਸਿਸ ਤੇ ਹੀ ਜਿਹੜੇ ਉਹਨਾਂ ਦੇ ਐਗਜ਼ਾਮਸ ਨੇ, ਭਾਵੇਂ ਉਹ MCQ ਬੇਸਡ ਹੋਣ, ਭਾਵੇਂ ਉਹ ਸਬਜੈਕਟਿਵ ਹੋਣ, ਉਹ ਉਹਦੇ ਬੇਸਿਸ ਤੇ ਹੀ ਆਨਲਾਈਨ ਪਲੇਟਫਾਰਮ ਤੇ ਲਿੱਤੇ ਜਾਂਦੇ ਨੇ। ਬਿਲਕੁਲ, ਜਿਸ ਤਰ੍ਹਾਂ ਆਫਲਾਈਨ ਐਗਜ਼ਾਮ ਹੁੰਦੇ ਨੇ ਕਿ ਬੱਚੇ ਨੂੰ ਪ੍ਰੋਪਰ ਸ਼ੀਟਸ ਦਿੱਤੀਆਂ ਜਾਂਦੀਆਂ, ਬੱਚੇ ਉਸ ਦੇ ਵਿੱਚ ਚਾਹੇ ਉਹ MCQ ਹੋਵੇ, ਚਾਹੇ ਦੂਜੇ ਕੁਐਸਚਨਸ ਦੇ ਆਨਸਰ ਹੋਣ, ਉਸ ਤੋਂ ਬਾਅਦ ਇੱਕ ਟੀਚਰ ਹੁੰਦਾ ਉਸ ਨੂੰ ਚੈੱਕ ਕਰਦਾ, ਨੰਬਰਾਂ ਦੇ ਹਿਸਾਬ ਨਾਲ ਉਸ ਬੱਚੇ ਨੂੰ ਨੰਬਰ ਦਿੱਤੇ ਜਾਂਦੇ ਨੇ, ਪਰ ਆਨਲਾਈਨ ਲਰਨਿੰਗ ਦੇ ਵਿੱਚ ਇਹ ਪ੍ਰੋਸੈਸ ਕਿਸ ਤਰ੍ਹਾਂ ਰਹਿੰਦਾ ਹੈ? ਇਹ ਪੂਰਾ ਜਿਹੜਾ ਪ੍ਰੋਸੈਸ ਹੈਗਾ ਐਗਜ਼ਾਮੀਨੇਸ਼ਨ ਦਾ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ
ਆਨਲਾਈਨ ਪਲੇਟਫਾਰਮ ਦੀ ਤੇ ਜਿੰਨੇ ਵੀ ਕੁਐਸਚਨਸ ਨੇ ਜਿੰਨੇ ਵੀ ਪੇਪਰ ਨੇ ਉਹ ਸਾਰੇ ਆਨਲਾਈਨ ਹੋਣਗੇ ਤੁਹਾਨੂੰ ਕੋਈ ਯੂਨੀਵਰਸਿਟੀ ਵਿਜ਼ਿਟ ਕਰਨ ਦੀ ਲੋੜ ਨਹੀਂ ਹੋਏਗੀ ਸਾਰਾ ਤੁਹਾਡੇ ਪੋਰਟਲ ਤੇ ਕੁਐਸਚਨ ਪੇਪਰ ਆਏਗਾ ਤੁਸੀਂ ਉੱਥੇ ਹੀ ਅਟੈਂਪਟ ਕਰਕੇ ਉੱਥੇ ਹੀ ਸਬਮਿਟ ਕਰੋਗੇ ਸੋ देयर इज नो ਨੀਡ ਕਿ ਤੁਹਾਨੂੰ ਕਿਤੇ ਵਿਜ਼ਿਟ ਕਰਨਾ ਪੈ ਰਿਹਾ ਹੈ ਪੈਨ ਪੇਪਰ ਯੂਜ਼ ਕਰਨਾ ਪੈ ਰਿਹਾ ਨਹੀਂ ਤੁਸੀਂ ਉੱਥੇ ਹੀ ਪੋਰਟਲ ਤੇ ਹੀ ਜੋ ਪੇਪਰ ਹੈਗਾ ਆ ਉਹ ਉੱਥੇ ਅਟੈਂਪਟ ਕਰੋਗੇ ਆਨਲਾਈਨ ਜਿਹੜੇ ਪੇਪਰ ਹੁੰਦੇ ਆ ਉਹ ਐਮਸੀਕਿਊ ਕੁਐਸਚਨਸ ਹੁੰਦੇ ਨੇ ਜਾਂ ਕੁਐਸਚਨਸ ਦਿੱਤੇ ਜਾਂਦੇ ਆ ਬੱਚੇ ਨੇ ਉਸ ਦੀ ਆਨਸਰ ਦੇਣੇ ਹੁੰਦੇ ਦੇਖੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਮੋਡਿਊਲ ਕੀਤਾ ਆ ਕਿਸੇ ਤੇ ਐਮਸੀਕਿਊਜ਼ ਵੀ ਹੋ ਸਕਦੇ ਨੇ ਸਬਜੈਕਟਿਵ ਵੀ ਹੋ ਸਕਦੇ ਨੇ ਸੋ ਅਸੀਂ ਇਹ ਪੂਰਾ ਕੰਪਰੀਹੈਂਸਿਵ ਇਵੈਲੂਏਸ਼ਨ ਦੀ ਗੱਲ ਕਰ ਰਹੇ ਹਾਂ ਸੋ ਅਸੀਂ ਨਹੀਂ ਚਾਹੁੰਦੇ ਕਿ ਬੱਚਾ ਸਿਰਫ ਇੱਕ ਪਾਸੇ ਧਿਆਨ ਦੇਵੇ ਤੇ ਦੋਨੋਂ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹ ਇਹਦੇ ਵਿੱਚ ਇਨਕਲੂਡ ਕੀਤੇ ਗਏ ਨੇ ਭਾਵੇਂ ਉਹ ਐਮਸੀਕਿਊਜ਼ ਹੋਣ ਭਾਵੇਂ ਉਹ ਸਬਜੈਕਟਿਵ ਹੋਣ ਦੋਨੋਂ ਤਰ੍ਹਾਂ ਦੇ ਕੁਐਸਚਨਸ ਹੋਣ ਇੱਥੇ ਇੱਕ ਬੜਾ ਵੱਡਾ ਚੈਲੰਜ ਵੀ ਖੜਾ ਹੋ ਜਾਂਦਾ ਹੈ ਚੀਟਿੰਗ ਨੂੰ ਰੋਕਣਾ ਤੇ ਇਹ ਨਕਲ ਨੂੰ ਫਿਰ ਆਨਲਾਈਨ ਦੇ ਵਿੱਚ ਕਿਸ ਤਰ੍ਹਾਂ ਰੋਕਣ ਲਈ ਕੀ ਕੰਮ ਕੀਤਾ ਜਾਂਦਾ ਹੈ ਦੇਖੋ ਜਿਹੜੇ ਐਗਜ਼ਾਮੀਨੇਸ਼ਨ ਨੇ ਉਹ ਪ੍ਰੋਪਰ ਵੇ ਦੇ ਵਿੱਚ ਹੁੰਦੇ ਨੇ ਕਿ ਤੁਹਾਡਾ ਕੈਮਰਾ ਔਨ ਹੋਏਗਾ ਤੁਹਾਡਾ ਮਾਈਕ ਔਨ ਹੋਏਗਾ ਪ੍ਰੋਪਰ ਤੁਹਾਡਾ এনवायरमेंट ਚੈੱਕ ਹੋਏਗਾ ਉਸ ਦੇ ਬੇਸਿਸ ਤੇ ਹੀ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਬੱਚਾ ਚੀਟ ਕਰ ਰਿਹਾ ਹੈ ਉਹਨੂੰ ਜਿਹੜਾ ਤੁਹਾਡਾ ਪ੍ਰੋਕਟਰ ਹੈਗਾ ਹੈ ਤੁਹਾਡਾ ਇਨਵਿਜੀਲੇਟਰ ਹੈਗਾ ਆ ਉਹ ਕੀ ਕਰੇਗਾ ਉਹ ਤੁਹਾਨੂੰ ਮੈਸੇਜ ਕਰੇਗਾ ਕਿ ਨਹੀਂ ਅਗਰ ਤੁਸੀਂ ਇਦਾਂ ਕਰ ਰਹੇ ਹੋ ਕੁਝ ਉਹਨੂੰ ਲੱਗ ਰਿਹਾ ਹੈ ਕਿ ਨਹੀਂ ਯੂ ਆਰ ਚੀਟਿੰਗ ਤਾਂ ਉਹ ਕੀ ਕਰੇਗਾ ਤੁਹਾਨੂੰ ਇੱਕ ਮੈਸੇਜ ਸੈਂਡ ਕਰੇਗਾ ਜਿਸ ਦੇ ਬੇਸਿਸ ਤੇ ਅਗਰ ਉਹਨੂੰ ਲੱਗ ਰਿਹਾ ਹੈ ਕਿ ਤੁਸੀਂ ਫੋਲੋ ਨਹੀਂ ਕਰ ਰਹੇ ਹੋ ਤੇ ਉਹ ਤੁਹਾਨੂੰ ਡਿਟੇਨ ਵੀ ਕਰ ਸਕਦਾ ਆ ਜਿਸ ਤਰ੍ਹਾਂ ਆਫਲਾਈਨ ਕਲਾਸਿਸ ਦੇ ਵਿੱਚ ਪ੍ਰੋਪਰ ਪਹਿਲਾਂ ਅਸਾਈਨਮੈਂਟ ਸਬਮਿਟ ਕਰਾਉਣੀ ਹੁੰਦੀ ਹੈ ਅਸਾਈਨਮੈਂਟ ਤੋਂ ਥੋੜੇ ਟਾਈਮ ਬਾਅਦ ਐਗਜ਼ਾਮ ਹੁੰਦੇ ਨੇ ਤਾਂ ਆਨਲਾਈਨ ਲਰਨਿੰਗ ਦੇ ਵਿੱਚ ਵੀ ਅਸਾਈਨਮੈਂਟ ਸਬਮਿਟ ਕਰਾਉਣੀ ਪੈਂਦੀ ਹੈ ਹਾਂਜੀ ਬਿਲਕੁਲ ਇੱਥੇ ਅਸਾਈਨਮੈਂਟਸ ਹੁੰਦੇ ਨੇ ਬੇਸਿਕਲੀ ਇੱਕ ਸਮੈਸਟਰ ਦੇ ਵਿੱਚ ਦੋ ਅਸਾਈਨਮੈਂਟਸ ਹੁੰਦੀਆਂ ਨੇ ਅਸਾਈਨਮੈਂਟ ਨੰਬਰ 1 ਤੇ ਅਸਾਈਨਮੈਂਟ ਨੰਬਰ 2 ਇਹ ਦੋਨੋਂ ਬੇਸਿਕਲੀ ਹੁੰਦੀਆਂ ਨੇ ਐਮਸੀਕਿਊ ਬੇਸਡ ਜਿਹੜੀਆਂ ਕਿ ਤੁਹਾਡੇ ਪੋਰਟਲ ਤੇ ਹੁੰਦੀਆਂ ਨੇ ਤੁਸੀਂ ਉੱਥੇ ਹੀ ਅਟੈਂਪਟ ਕਰੋਗੇ ਨਾਲ ਦੀ ਨਾਲ ਤੁਹਾਡੀ ਮਾਰਕਿੰਗ ਵੀ ਹੋ ਜਾਂਦੀ ਹੈ ਕਿ ਕਿੰਨੇ ਤੁਹਾਡੇ ਕੁਐਸਚਨ ਸਹੀ ਨੇ ਕਿੰਨੇ ਗਲਤ ਨੇ ਉਹਦੇ ਬੇਸਿਸ ਤੇ ਹੀ ਤੁਹਾਡੀ ਅੱਗੇ ਇੰਟਰਨਲ ਜਾਂਦੀ ਹੈ ਜਿਹੜੀ 30% ਵੇਟੇਜ ਦੀ ਮੈਂ ਗੱਲ ਕੀਤੀ ਹੈ ਸਪੋਜ਼ ਕਰੋ ਵੀ ਜਿਵੇਂ ਦੂਜਾ ਆਫਲਾਈਨ ਦੇ ਵਿੱਚ 2 ਦਿਨਾਂ ਦੇ ਮਾਫ ਕਰਨਾ ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦਾ ਬੱਚੇ ਦਾ ਤੇ ਆਨਲਾਈਨ ਲਰਨਿੰਗ ਦੇ ਵਿੱਚ ਜਦੋਂ ਇੱਕ ਬੱਚਾ ਐਗਜ਼ਾਮ ਦਿੰਦਾ ਤਾਂ ਉਸ ਦਾ ਰਿਜ਼ਲਟ ਕਦੋਂ ਤੱਕ ਮਿਲ ਜਾਂਦਾ ਦੇਖੋ ਉਹ ਡਿਪੈਂਡ ਕਰਦਾ ਕਿ ਹੁਣ ਪੇਪਰ ਦੇ ਵਿੱਚ ਕਿੰਨਾ ਇਵੈਲੂਏਸ਼ਨ ਨੂੰ ਕਿੰਨਾ ਟਾਈਮ ਲੱਗ ਰਿਹਾ ਜਿਵੇਂ ਹੁਣ ਸਬਜੈਕਟਿਵ ਕੁਐਸਚਨ ਨੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗੇਗਾ ਜਿਹੜਾ ਐਮਸੀਕਿਊ ਕੁਐਸਚਨ ਹੈਗਾ ਆ ਉਹ ਤੇ ਨਾਲ ਦੀ ਨਾਲ ਆਪਾਂ ਕਰ ਸਕਦੇ ਹਾਂ ਸੋ ਇਹ ਬੇਸਿਕਲੀ ਇਹ ਡਿਪੈਂਡ ਕਰਦਾ ਆ ਕਿ ਇਵੈਲੂਏਸ਼ਨ ਲਈ ਕਿੰਨਾ ਟਾਈਮ ਲੱਗ ਰਿਹਾ ਐਗਜ਼ਾਮੀਨਰ ਨੂੰ ਚੈੱਕ ਕਰਨ ਲਈ ਹਾਂਜੀ ਸੈਕਿੰਡ ਗੱਲ ਇਹ ਵੀ ਆ ਜਾਂਦੀ ਕਹਿੰਦੇ ਜਦੋਂ ਰਿਜ਼ਲਟ ਆਉਂਦਾ ਹੈ ਕਈ ਬੱਚੇ ਉਹ ਪੇਪਰ ਕਲੀਅਰ ਨਹੀਂ ਕਰ ਪਾਉਂਦੇ ਰੀਵੈਲੂਏਸ਼ਨ ਭਰਨੀ ਪੈਂਦੀ ਹੈ ਜਿਹਨੂੰ ਪੰਜਾਬੀ ਚ ਆਪਾਂ ਇਹ ਵੀ ਰੀਪੇਅਰ ਵੀ ਕਹਿੰਦੇ ਨੇ ਰੀਪੇਅਰ ਭਰਨੀ ਕਿ ਇਹ ਫੈਸਿਲਿਟੀ ਵੀ ਮਿਲਦੀ ਹੈ ਹਾਂਜੀ ਬਿਲਕੁਲ ਇਹ ਤੁਹਾਨੂੰ ਚਾਂਸ ਦਿੱਤਾ ਜਾਂਦਾ ਕਿ ਬਾਈ ਚਾਂਸ ਅਗਰ ਤੁਹਾਡਾ ਮਿਸ ਹੋ ਗਿਆ ਪੇਪਰ ਜਾਂ ਬਾਈ ਚਾਂਸ ਤੁਹਾਡਾ ਗ੍ਰੇਡ ਈ ਆ ਗਿਆ ਜਾਂ ਬਾਈ ਚਾਂਸ ਤੁਹਾਡੇ ਵਧੀਆ ਮਾਰਕਸ ਨਹੀਂ ਆਏ ਤੁਸੀਂ ਪਾਸ ਨਹੀਂ ਕਰ ਪਾਏ ਤੇ ਤੁਸੀਂ ਦੁਬਾਰਾ ਰੀਅਪੀਅਰ ਦੇ ਸਕਦੇ ਹੋ ਇਹ ਕਿੰਨੀ ਵਾਰੀ ਰੀਅਪੀਅਰ ਦਾ ਐਗਜ਼ਾਮ ਦੇ ਸਕਦਾ ਕੋਈ ਵੀ ਸਟੂਡੈਂਟ ਇਹ ਪਹਿਲਾਂ ਤੇ ਅਸੀਂ ਟਰਾਈ ਕਰਾਂਗੇ ਕਿ ਇਦਾਂ ਦੀ ਸਿਚੁਏਸ਼ਨ ਆਵੇ ਹੀ ਨਾ ਰਾਈਟ ਹਰ ਇੱਕ ਬੱਚਾ ਟਰਾਈ ਕਰੇਗਾ ਕਿ ਫਸਟ ਟਾਈਮ 'ਚ ਹੀ ਕਲੀਅਰ ਹੋ ਜੇ ਅਗਰ ਨਹੀਂ ਹੋ ਰਿਹਾ ਤੇ ਉਹਦੇ ਵਿੱਚ ਉਸ ਤੋਂ ਬਾਅਦ ਫਸਟ ਚਾਂਸ ਦਿੱਤਾ ਜਾਏਗਾ ਫਸਟ ਚਾਂਸ 'ਚ ਵੀ ਨਹੀਂ ਕਰ ਪਾਇਆ ਤੇ ਸੈਕੰਡ ਚਾਂਸ ਕਰ ਸਕਦਾ ਬੱਚਾ ਰੀਪੇਅਰ ਤੇ ਰੀਵੈਲੂਏਸ਼ਨ ਰੀਪੇਅਰ ਤਾਂ ਚਲੋ ਇਹ ਵੀ ਸੈਕੰਡ ਚਾਂਸ ਵੀ ਦਿੱਤਾ ਜਾਂਦਾ ਰੀਵੈਲੂਏਸ਼ਨ ਦਾ ਵੀ ਫੈਸਿਲਿਟੀ ਹੈ ਜੇ ਦਿੱਤਾ ਜਾਂਦਾ ਰੀਵੈਲੂਏਸ਼ਨ ਵੀ ਪੇਪਰ ਦੁਬਾਰਾ ਚੈੱਕ ਕਰਵਾਇਆ ਜਾ ਸਕਦਾ ਇਹ ਉਹ ਜਦੋਂ ਟੀਚਰ ਨਾਲ ਆਪਣੇ ਨਾਲ ਗੱਲ ਕਰਦਾ ਹੈ ਉਹਨੂੰ ਇਹ ਡਾਊਟ ਉਦੋਂ ਕਲਾਸ ਦੇ ਵਿੱਚ ਉਹ ਪੁੱਛ ਸਕਦਾ ਹੈ ਕਿ ਇਦਾਂ ਕੀ ਇਦਾਂ ਦੀ ਫੈਸਿਲਿਟੀ ਅਵੇਲੇਬਲ ਹੈਗੀ ਆ ਜਾਂ ਨਹੀਂ ਹੈਗੀ ਇਹ ਡਾਊਟ ਉਹਦਾ ਨਾਲ ਦੀ ਨਾਲ ਹੀ ਕਲੀਅਰ ਹੋ ਜਾਂਦਾ ਹੈ ਕਿ ਹਾਂਜੀ ਹੋਏਗੀ ਬਿਲਕੁਲ ਇੱਕ ਨਾ ਜਿਵੇਂ ਆਪਾਂ ਕਾਲਜਸ ਦੀ ਗੱਲ ਕਰੀਏ ਨਾ ਪੇਪਰ ਜਿਵੇਂ ਪ੍ਰੋਪਰ ਹੁੰਦਾ 2.5 ਘੰਟੇ ਦਾ ਪੇਪਰ ਟਾਈਮ ਡਿਊਰੇਸ਼ਨ ਹੋ ਗਈ 3 ਘੰਟੇ ਦੀ ਡਿਊਰੇਸ਼ਨ ਹੋ ਗਈ ਆਨਲਾਈਨ ਦੇ ਵਿੱਚ ਟਾਈਮ ਡਿਊਰੇਸ਼ਨ ਕਿੰਨੀ ਕੁ ਹੁੰਦੀ ਹੈ ਦੇਖੋ ਉਹ ਸੇਮ ਹੀ ਹੋਏਗੀ 3 ਘੰਟੇ ਦਾ ਪੇਪਰ ਹੋਏਗਾ ਬਸ ਗੱਲ ਇਹ ਹੈਗੀ ਹੈ ਕਿ ਜਿਹੜਾ ਤੁਸੀਂ ਸਲੋਟ ਸਿਲੈਕਟ ਕਰਨਾ ਹੈ ਜਾਂ ਡੇਟ ਸਿਲੈਕਟ ਕਰਨੀ ਹੈ ਉਹਦੇ ਵਿੱਚ ਤੁਹਾਨੂੰ ਫਲੈਕਸੀਬਿਲਿਟੀ ਦਿੱਤੀ ਗਈ ਹੈ ਕਿ ਫੋਰ ਐਗਜ਼ਾਮਪਲ ਅਗਰ ਤੁਸੀਂ ਆਨਲਾਈਨ ਦੇ ਸਟੂਡੈਂਟ ਹੋ ਤੁਸੀਂ ਕਿਉਂ ਆਨਲਾਈਨ ਚੂਜ਼ ਕੀਤਾ ਕਿਉਂਕਿ ਤੁਸੀਂ ਵਰਕਿੰਗ ਹੋ ਫੋਰ ਐਗਜ਼ਾਮਪਲ ਤੇ ਫਿਰ ਉਹ ਬੰਦਾ ਕੀ ਹੋਏਗਾ ਆਪਣੇ ਟਾਈਮ ਦੇ ਅਕੋਰਡਿੰਗ ਸੈੱਟ ਕਰ ਸਕਦਾ ਹੈ ਕਿ ਮੈਂ ਰਾਤ ਨੂੰ ਹੀ ਪੇਪਰ ਦੇਣਾ ਹੈ ਜਾਂ ਮੈਂ ਡੇ ਟਾਈਮ ਹੀ ਪੇਪਰ ਦੇਣਾ ਹੈ ਜਾਂ ਮੈਂ ਕਿਸ ਦਿਨ ਪੇਪਰ ਦੇਣਾ ਤੇ ਇਹ ਫਲੈਕਸੀਬਿਲਿਟੀ ਦਿੱਤੀ ਗਈ ਹੈ ਕਿ ਬੱਚੇ ਆਪਣੇ ਟਾਈਮ ਦੇ ਅਕੋਰਡਿੰਗ ਸੈੱਟ ਕਰ ਸਕਦੇ ਆਪਣੀ ਡੇਟ ਸ਼ੀਟ ਯਾਨੀ ਕਿ ਚਾਹੇ ਆਫਲਾਈਨ ਹੈ ਤੇ ਚਾਹੇ ਆਨਲਾਈਨ ਹੈ ਫੈਸਿਲਿਟੀਆਂ ਦੋਨਾਂ ਦੀਆਂ ਇਕੁਅਲ ਹੈ ਪਰ ਨਕਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਬਿਲਕੁਲ ਵੀ ਨਹੀਂ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਓਕੇ ਥੈਂਕ ਯੂ ਐਸਐਨ ਆਈਡਲ ਡਿਪਾਰਟਮੈਂਟ ਤੋਂ ਸੁਖਮੀਤ ਮੈਮ ਜਿਨ੍ਹਾਂ ਨੇ ਦੱਸਿਆ ਕਿ ਚਾਹੇ ਤੁਸੀਂ ਆਨਲਾਈਨ ਕੋਰਸਿਸ ਕਰ ਰਹੇ ਹੋ ਆਨਲਾਈਨ ਲਰਨਿੰਗ ਦੇ ਵਿੱਚੋਂ ਤੇ ਤੁਹਾਡਾ ਵੀ ਪ੍ਰੋਪਰ ਐਗਜ਼ਾਮ ਹੋਏਗਾ ਤੇ ਐਗਜ਼ਾਮ ਦੇ ਵਿੱਚ ਡਰਨ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਸਟੱਡੀ ਮਟੀਰੀਅਲ ਵੀ ਜਿੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਕਿ ਤਾਂ ਕਿ ਤੁਸੀਂ ਆਪਣਾ ਐਗਜ਼ਾਮ ਪ੍ਰੋਪਰ ਕਲੀਅਰ ਕਰ ਸਕੋ ਤੇ ਇਸ ਦੇ ਲਈ ਅਸਾਈਨਮੈਂਟ ਵੀ ਸਬਮਿਟ ਕਰਵਾਉਣ ਦਾ ਵੀ ਇੱਕ ਟਾਈਮ ਰੱਖਿਆ ਜਾਂਦਾ ਹੈ ਅਸਾਈਨਮੈਂਟ ਵੀ ਸਬਮਿਟ ਕਰਵਾਉਣੀ ਪੈਂਦੀ ਹੈ